ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਦੇ ਜਦੋਂ ਆਪਾਂ ਇਹ ਦਿਹਾੜਾ ਮਨਾਉਣੇ ਹੈ, ਇੱਕ ਗੱਲ ਤੇ ਸਿੱਧ ਹੁੰਦੀ ਹੈ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਲੋਕਾਂ ਨੂੰ ਇਹ ਗੱਲ ਦੱਸ ਦਿੱਤੀ ਕਿ ਅਰਦਾਸ ਦੇ ਵਿੱਚ ਬੜੀ ਵੱਡੀ ਤਾਕਤ ਹੈ। ਅਰਦਾਸ ਕਰਨ ਵਾਲਾ ਬਾਬੇ ਬੁੱਢੇ ਸਾਹਿਬ ਵਰਗਾ ਹੋਵੇ ਤੇ ਅਰਦਾਸ ਕਰਾਉਣ ਵਾਲਾ ਮਾਤਾ ਗੰਗਾ ਜੀ ਵਰਗਾ ਹੋਵੇ। ਅਸੀਂ ਕਈ ਵਾਰੀ ਅਰਦਾਸ ਕਰਨ ਵਾਲੇ ਵੱਲ ਤੇ ਦੇਖਦੇ ਹਾਂ ਤੇ ਆਪਣੇ ਵੱਲ ਨਹੀਂ ਦੇਖਦੇ। ਅਰਦਾਸ ਕਰਨ ਵਾਲਾ ਉਹਦਾ ਜੀਵਨ ਬਾਬੇ ਬੁੱਢੇ ਵਰਗਾ, ਅਰਦਾਸ ਕਰਾਉਣ ਵਾਲਾ ਉਹਦਾ ਜੀਵਨ ਮਾਤਾ ਗੰਗਾ ਵਰਗਾ। ਜਦੋਂ ਇਹ ਦੋਵੇਂ ਚੀਜ਼ਾਂ ਇਕੱਠੀਆਂ ਰਲ ਜਾਣਗੀਆਂ ਤੇ ਯਾਦ ਰੱਖਿਓ, ਗੁਰੂ ਅਰਜਨ ਸਾਹਿਬ ਕਹਿੰਦੇ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਜਦੋਂ ਇਹ ਦੋਵੇਂ ਜਾਣੇ ਜੁੜ ਕੇ, ਕਰਾਉਣ ਵਾਲਾ ਵੀ ਤੇ ਕਰਨ ਵਾਲਾ ਵੀ ਕਿਤੇ ਜੁੜ ਕੇ ਅਰਦਾਸ ਕਰ ਦੇਣ ਤੇ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਕਦੇ ਝੋਲੀ ਖਾਲੀ ਰਹਿ ਜਾਵੇ। ਆਖੋ ਸਤਨਾਮ। ਅੱਜ ਹਾੜ ਦੇ ਮਹੀਨੇ ਦੀ ਵੀ ਆਰੰਭਤਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਹਾੜ ਦੇ ਮਹੀਨੇ ਦੇ ਵਿੱਚ ਜਿਹੜਾ ਉਪਦੇਸ਼ ਦਿੱਤਾ, ਟੂਕ ਮਾਤਰ ਆਪਾਂ ਥੋੜ੍ਹਾ ਜਿਹਾ ਫਿਰ ਗੁਰੂ ਸਾਹਿਬ ਦੇ ਇਤਿਹਾਸ ਵੱਲ ਹੋਣਾ ਹੈ। ਪੰਛੀਵਤ ਇਤਿਹਾਸ ਤੇ ਝਾਤ ਮਾਰਾਂਗੇ। ਸਾਹਿਬ ਦੇ ਪਾਵਨ ਬੋਲ ਹੈ, ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨਾ ਜਿੰਨਾ ਪਾਸ। ਦੇਸੀ ਮਹੀਨਿਆਂ ਦੇ ਮੁਤਾਬਕ ਇਹ ਚੌਥਾ ਮਹੀਨਾ ਬਣਦਾ ਹੈ ਤੇ ਸਾਨੂੰ ਅੰਗਰੇਜ਼ੀ ਦੇ ਤੇ ਯਾਦ ਹੈ ਜਨਵਰੀ ਫਰਵਰੀ ਵੀ ਕਿੰਨਵਾਂ ਮਹੀਨਾ ਹੈ, ਤੇ ਦੇਸੀ ਮਹੀਨਿਆਂ ਦਾ ਪੁੱਛ ਲਈ ਵੀ ਕਿੰਨਵਾਂ ਮਹੀਨਾ ਬਣਦਾ ਹੈ ਤੇ ਮੇਰਾ ਖਿਆਲ ਨਹੀਂ ਚੇਤੇ ਹੋਣਾ ਵੀ ਕਿੰਨਵਾਂ ਹੈ। ਕਹਿਣ ਨੂੰ ਅਸੀਂ ਸਾਰੇ ਕਹਿੰਦੇ ਹਾਂ ਜੀ ਮੈਂ ਗੁਰਬਾਣੀ ਨਾਲ ਬੜਾ ਪਿਆਰ ਕਰਦਾ, ਗੁਰੂ ਗ੍ਰੰਥ ਸਾਹਿਬ ਦਾ ਬੜਾ ਸਤਿਕਾਰ ਹੈ, ਪਰ ਭੁੱਲ ਗਿਆ ਸਾਨੂੰ। ਅਸੀਂ ਉਹ ਗੱਲਾਂ ਚੇਤੇ ਕਰਦੇ ਜਿਨ੍ਹਾਂ ਨੇ ਗੁਰਮਤਿ ਤੋਂ ਸਾਨੂੰ ਵੱਖਰਿਆਂ ਕੀਤਾ ਸੀ। ਤੇ ਸਾਹਿਬ ਦੇ ਪਾਵਨ ਬੋਲ, ਆਸਾੜ ਤਪੰਦਾ ਤਿਸ ਲੱਗੇ। ਹਾੜ ਦਾ ਮਹੀਨਾ ਕਹਿੰਦੇ ਉਹਨਾਂ ਦੇ ਵਾਸਤੇ ਤਪਦਾ ਹੋਇਆ ਏ, ਹਰ ਨਾਹੋ ਨਾ ਜਿਨ੍ਹਾਂ ਪਾਸ। ਜਿਨ੍ਹਾਂ ਦੇ ਪਾਸ ਰੱਬ ਦਾ ਨਾਮ ਨਹੀਂ, ਜਿਨ੍ਹਾਂ ਦੇ ਕੋਲ ਰੱਬ ਦਾ ਨਾਂ ਸੀ ਨਾ, ਉਹ ਤਤੀ ਤਵੀ ਤੇ ਬੈਠ ਕੇ ਵੀ ਉਹ ਖੁਸ਼ੀ ਦੇ ਗੀਤ ਗਾ ਰਹੇ ਹੈ। ਉਬਲਦੀ ਦੇਗ ਵਿੱਚ ਉਬਾਲਿਆ ਜਾ ਰਿਹਾ ਹੈ ਤੇ ਉਹਨਾਂ 'ਤੇ ਸੀ ਨਹੀਂ, ਮੱਥੇ 'ਤੇ ਤਿਉੜੀ ਨਹੀਂ, ਉਹ ਫਿਰ ਵੀ ਅੰਦਰੋਂ ਠੰਡੇ ਹੈ। ਗਰਮ ਰੇਤਾ ਸਿਰ ਦੇ ਉੱਪਰ ਪੈ ਰਹੀ ਹੈ। ਕਮਾਲ ਦੀ ਗੱਲ ਹੈ, ਉਹਨਾਂ ਨੂੰ ਗਰਮ ਨਹੀਂ ਕਰ ਸਕੀ। ਪਰ ਸਾਹਿਬ ਕਹਿੰਦੇ ਜੇ ਰੱਬ ਦਾ ਨਾਂ ਨਹੀਂ ਤੇ ਏਸੀ ਦੇ ਵਿੱਚ ਬੈਠ ਕੇ ਵੀ ਅੰਦਰੋਂ ਤਪਿਆ ਹੋਇਆ ਤੇ ਸੜਿਆ ਹੋਇਆ ਹੀ ਹੈ। ਜੇ ਅੰਦਰ ਰੱਬ ਦੀ ਬੰਦਗੀ ਹੈ, ਅੰਦਰ ਪਰਮਾਤਮਾ ਦਾ ਸਿਮਰਨ ਹੈ ਤੇ ਤਤੀ ਤਵੀ ਤੇ ਬੈਠ ਕੇ ਵੀ ਉਹ ਰੱਬ ਦੇ ਗੀਤ ਗਾਉਂਦਾ ਹੈ। ਆਸਾੜ ਤਪੰਦਾ ਤਿਸ ਲੱਗੇ, ਹਰ ਨਾਹੋ ਨਾ ਜਿੰਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ। ਜਗਤ ਨੂੰ ਜੀਵਨ ਦੇਣ ਵਾਲੇ ਪਰਮਾਤਮਾ ਨੂੰ ਛੱਡ ਕੇ ਮਨੁੱਖ ਦੇ ਉੱਪਰ ਤੂੰ ਆਸ ਲਾ ਕੇ ਬੈਠਾ। ਤੇ ਸਾਹਿਬ ਕਹਿੰਦੇ ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕਉ ਏਕੈ ਭਗਵਾਨ। ਜਿਸ ਕੈ ਦੀਏ ਰਹੇ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੇ ਆਏ। ਹਾੜ ਦੇ ਮਹੀਨੇ ਵਿੱਚ ਦੋ ਗੱਲਾਂ ਸਾਡੇ 'ਤੇ ਲਾਗੂ ਹੈ। ਇੱਕ ਹੈ, ਜੇ ਪਰਮਾਤਮਾ ਦਾ ਸਿਮਰਨ ਨਹੀਂ ਤੇਰੇ ਕੋਲ, ਜੇ ਤੇਰੇ ਕੋਲ ਰੱਬੀ ਬਾਣੀ ਨਹੀਂ, ਤੇ ਹਾੜ ਦਾ ਮਹੀਨਾ ਤੇਰੇ ਵਾਸਤੇ ਤਪਦਾ ਹੋਇਆ, ਸੜਦਾ ਹੋਇਆ, ਭਾਵੇਂ ਤੂੰ ਠੰਡੀ ਜਗ੍ਹਾ ਸ਼ਿਮਲੇ ਦੇ ਵਿੱਚ ਵੀ ਭਾਵੇਂ ਕਿਉਂ ਨਹੀਂ ਬੈਠ ਗਿਆ ਜਾ ਕੇ। ਤੇ ਦੂਸਰਾ ਸਾਹਿਬ ਦੇ ਪਾਵਨ ਬੋਲ ਹੈ ਕਿ ਹਾੜ ਦੇ ਮਹੀਨੇ ਵਿੱਚ ਜਗਤ ਨੂੰ ਜੀਵਨ ਦੇਣ ਵਾਲੇ ਰੱਬ ਨੂੰ ਛੱਡ ਕੇ ਬੰਦਿਆਂ ਦੇ ਉੱਪਰ ਆਸ ਨਾ ਲਾਵੀਂ। ਇੱਕ ਪਰਮਾਤਮਾ ਦੇ ਉੱਪਰ ਟੇਕ ਰੱਖੀ, ਪਰਮਾਤਮਾ 'ਤੇ ਭਰੋਸਾ ਰੱਖੀ, ਉਹ ਕਦੇ ਤੈਨੂੰ ਆਪਣੇ ਦਰ ਤੋਂ ਖਾਲੀ ਨਹੀਂ ਜਾਣ ਦੇਵੇਗਾ। ਇਹ ਦੋ ਗੱਲਾਂ ਹਾੜ ਦੇ ਮਹੀਨੇ ਦੁਆਰਾ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਸਾਨੂੰ ਪੱਕੀਆਂ ਕਰਾਈਆਂ ਕਿ ਇੱਕ ਤੇ ਹਾੜ ਦੇ ਮਹੀਨੇ ਵਿੱਚ ਤੇਰੇ ਅੰਦਰੋਂ ਰੱਬ ਦਾ ਨਾਮ ਨਾ ਭੁੱਲੇ, ਦੂਸਰਾ ਬੰਦਿਆਂ ਦਾ ਭਰੋਸਾ ਨਾ ਰੱਖੀ, ਰੱਬ ਦਾ ਭਰੋਸਾ ਰੱਖੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਸ਼ਾਦੀ ਨੂੰ ਬਹੁਤ ਲੰਬੇਰਾ ਸਮਾਂ ਹੋ ਚੁੱਕਾ ਸੀ। ਬਾਬੇ ਪਿਰਥੀ ਚੰਦ ਦੇ ਘਰ ਦੇ ਵਿੱਚ ਇੱਕ ਪੁੱਤਰ ਦੀ ਦਾਤ ਜਿਹੜੀ ਮਿਲੀ ਹੈ, ਜਿਹਦਾ ਨਾਂ ਰੱਖਿਆ ਹੈ ਉਹਨਾਂ ਨੇ ਬਾਬਾ ਮਿਹਰਬਾਨ। ਮਿਹਰਬਾਨ ਜੀ ਕਾਫੀ ਵੱਡੇ ਹੋ ਗਏ, ਵਿਹੜੇ ਦੇ ਵਿੱਚ ਖੇਡਦੇ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਇਹ ਗੁਰੂ ਬਣਦੇ ਹੈ
ਬਾਬੇ ਪਿਰਥੀ ਚੰਦ ਦੀ ਵਿਰੋਧਤਾ ਤੇ ਬਾਬੇ ਪਿਰਥੀ ਚੰਦ ਨੇ ਹੁਣ ਲੋਕਾਂ ਦੇ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਵੀ ਮੇਰਾ ਭਰਾ ਜਿਹੜਾ ਅਰਜਨ ਦੇਵ ਹੈ ਇਹ ਹੀਰਾ ਫੇਰੀ ਕਰਕੇ ਮੇਰੇ ਪਿਤਾ ਨੂੰ ਆਪਣੀਆਂ ਗੱਲਾਂ ਵਿੱਚ ਲੈ ਕੇ ਇਹ ਗੁਰੂ ਤੇ ਬਣ ਗਿਆ ਹੈ। ਪਰ ਯਾਦ ਰੱਖਿਓ, ਗੁਰੂ ਵਾਲੀ ਇਹਦੇ ਕੋਲ ਤਾਕਤ ਕੋਈ ਨਹੀਂ ਗੀ। ਜੇ ਇਹਦੇ ਕੋਲ ਕੋਈ ਗੁਰੂ ਵਾਲੀ ਤਾਕਤ ਹੁੰਦੀ ਤੇ ਇਹਦੇ ਘਰ ਪੁੱਤਰ ਨਾ ਹੁੰਦਾ। ਦੇਖੋ, ਮੇਰੇ ਘਰ ਦੇ ਵਿੱਚ ਮੇਰਾ ਪੁੱਤਰ ਖੇਡਦਾ ਹੈ, ਮੇਰੇ ਭਰਾ ਅਰਜਨ ਦੇਵ ਭਾਵੇਂ ਗੁਰੂ ਬਣਿਆ ਪਰ ਇਹਦੇ ਘਰ ਵਿੱਚ ਪੁੱਤ ਕੋਈ ਨਹੀਂ। ਇਹਨੇ ਦੁਨੀਆ ਤੋਂ ਔਂਤਰਿਆ ਜਾਣਾ ਤੇ ਗੁਰਤਾ ਗੱਦੀ ਫਿਰ ਮੇਰੇ ਪੁੱਤਰ ਮਿਹਰਬਾਨ ਨੂੰ ਮਿਲ ਜਾਣੀ ਹੈ। ਕਰਮੋਂ ਜਿਹੜੀ ਪਿਰਥੀ ਚੰਦ ਦੇ ਘਰ ਵਾਲੀ ਉਹ ਵੀ ਇਹ ਤਾਨੇ ਤੇ ਮਿਹਣੀ ਮਾਰਦੀ ਹੈ। ਅੱਜ ਗੁਰੂ ਕੇ ਪਰਿਵਾਰ ਦੇ ਘਰ ਦੀ ਇੱਕ ਸੇਵਾਦਾਰਨੀ ਉਹਦੇ ਕੰਨਾਂ ਦੇ ਵਿੱਚ ਜਦੋਂ ਇਹ ਆਵਾਜ਼ ਪਾਈ, ਕਰਮੋਂ ਨੇ ਉੱਚੀ ਦੇਣੀ ਕਿਹਾ ਕਿ ਆ ਜਿਹੜੇ ਕੀਮਤੀ ਦਿਸ਼ਾਲੇ ਇਹਨਾਂ ਦੇ ਘਰ ਵਿੱਚ ਆਉਂਦੇ ਆ ਨਾ, ਇਹਨਾਂ ਦਾ ਮਾਲਕ ਇੱਕ ਦਿਨ ਮੇਰੇ ਪੁੱਤਰ ਮਿਹਰਬਾਨ ਨਹੀਂ ਬਣਨਾ। ਗੰਗਾ ਨੇ ਤੇ ਦੁਨੀਆ ਤੋਂ ਔਂਤਰੀ ਚਲੇ ਜਾਣਾ ਹੈ। ਉਹ ਜਿਹੜੀ ਗੁਰੂ ਘਰ ਦੀ ਦਾਸੀ ਸੇਵਾਦਾਰਨੀ ਘਰ ਆਈ, ਕਈ ਹੁੰਦੇ ਆ ਅੰਦਰੋਂ ਪਿਆਰ ਕਰਨ ਵਾਲੇ, ਤੇ ਜਦੋਂ ਉਹ ਕੋਈ ਵਾਰੀ ਐਸੀ ਗੱਲ ਸੁਣਦੇ ਆ ਨਾ ਉਹਨਾਂ ਨੂੰ ਦੁੱਖ ਲੱਗਦਾ ਏ, ਤੇ ਕਈ ਹੁੰਦੇ ਆ ਵੀ ਉਹ ਦੋਵਾਂ ਪਾਸਿਆਂ ਤੋਂ ਸਵਾਦ ਲਈ ਜਾਣਗੇ ਗੱਲਾਂ ਦਾ। ਬਹੁਤ ਘੱਟ ਹੋਣਗੇ ਜਿਹੜੇ ਕਿਸੇ ਦੇ ਨਾਲ ਉਹ ਹਮਦਰਦੀ ਰੱਖਦੇ ਆ, ਤੇ ਜੇ ਉਹਦੇ ਪ੍ਰਤੀ ਕੋਈ ਗੱਲ ਕਰਦਾ ਤੇ ਉਹਦੇ ਮੂੰਹ ਤੇ ਜਵਾਬ ਦਿੰਦੇ ਆ। ਹੁਣ ਇਹ ਗੁਰੂ ਘਰ ਦੀ ਜਿਹੜੀ ਦਾਸੀ ਸੀ, ਇਹਨੇ ਪਹਿਲਾਂ ਤੇ ਉੱਥੇ ਕਰਮੋਂ ਦੇ ਮੂੰਹ ਤੇ ਜਵਾਬ ਦਿੱਤਾ ਕਿ ਇੱਕ ਦਿਨ ਆਵੇਗਾ ਮੇਰੇ ਗੁਰੂ ਅਰਜਨ ਸਾਹਿਬ ਦੇ ਘਰ ਦੇ ਵਿੱਚ ਵੀ ਪੁੱਤਰ ਖੇਡੇਗਾ। ਦੂਸਰਾ, ਇਹਨੇ ਜਾ ਕੇ ਮਾਤਾ ਗੰਗਾ ਜੀ ਦੇ ਕੋਲ ਜਾ ਕੇ ਰੋ ਕੇ ਉਹ ਦਰਦ ਨੂੰ ਬਿਆਨ ਕੀਤਾ ਕਿ ਮਾਤਾ ਜੀ, ਅੱਜ ਤੁਹਾਡੀ ਜਠਾਣੀ ਕਰਮੋਂ ਦੇ ਇਹ ਬੋਲ ਮੇਰੇ ਕੰਨਾਂ ਵਿੱਚ ਪਏ ਆ, ਜਿਹੜੇ ਮੇਰੇ ਅੰਦਰ ਨੂੰ ਵਲੂੰਦਰ ਕੇ ਲੈ ਗਏ ਆ। ਤੁਸੀਂ ਕੋਈ ਨਾ ਕੋਈ ਚਾਰਾ ਕਰੋ, ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰੋ, ਇਸ ਦਰ ਤੋਂ ਕਦੇ ਕੋਈ ਖਾਲੀ ਨਹੀਂ ਜਾਂਦਾ। ਬੜੇ ਧਿਆਨ ਨਾਲ ਇਤਿਹਾਸ ਸੁਣਿਓ ਤੁਸੀਂ, ਬੜੇ ਪਿਆਰ ਦੇ ਨਾਲ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਲੈ ਕੇ ਆਏ ਆ, ਤੇ ਆਪਾਂ ਮਿੱਸੇ ਪ੍ਰਸ਼ਾਦਿਆਂ ਦਾ ਇਤਿਹਾਸ ਦੇਖਣਾ ਵੀ ਹੈ ਕੀ ਹੈ, ਵੀ ਇਹਦਾ ਕਾਰਨ ਕੀ ਹੈ। ਜਦੋਂ ਇੰਨੀ ਗੱਲ ਉਹ ਦਾਸੀ ਨੇ ਮਾਤਾ ਗੰਗਾ ਜੀ ਕੋਲ ਕੀਤੀ, ਸ਼ਾਮ ਦੇ ਵਕਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਉਂਦੇ ਆ। ਮਾਤਾ ਗੰਗਾ ਨੇ ਅੱਜ ਸੇਵਾਦਾਰਾਂ ਵਾਂਗੂ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇਹ ਗੁਰੂ ਨਾਨਕ ਦਾ ਘਰ ਹੈ, ਇਸ ਘਰ ਦੇ ਵਿੱਚੋਂ ਕਦੇ ਕੋਈ ਖਾਲੀ ਨਹੀਂ ਗਿਆ। ਮੈਂ ਜ਼ਿੰਦਗੀ ਦਾ ਤਜਰਬਾ ਦੇਖਿਆ ਹੈ, ਲੋਕ ਇੱਥੇ ਰੋਂਦੇ ਆਉਂਦੇ ਆ ਤੇ ਹੱਸਦੇ ਹੋਏ ਜਾਂਦੇ ਆ। ਇਸ ਕਰਕੇ ਮਾਲਕ, ਮੈਂ ਵੀ ਤੇਰੇ ਦਰ ਤੇ ਬੇਨਤੀ ਕਰਦੀ, ਇੱਕ ਪੁੱਤਰ ਦੀ ਦਾਤ ਮੈਨੂੰ ਵੀ ਬਖਸ਼ਿਸ਼ ਕਰੋ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਅਰਦਾਸ ਨੂੰ ਪ੍ਰਗਟ ਕਰਨਾ ਚਾਹੁੰਦੇ ਆ ਵੀ ਗੁਰਸਿੱਖਾਂ ਦੇ ਵਿੱਚ ਅਰਦਾਸ ਦੀ ਮਹਾਨਤਾ ਕੀ ਹੈ, ਅਰਦਾਸ ਕਰਨੀ ਕਿਵੇਂ ਹੈ ਤੇ ਅਰਦਾਸ ਕਰਾਉਣੀ ਕਿਵੇਂ ਹੈ। ਇਹ ਇਤਿਹਾਸ ਜਿਹੜਾ ਇੱਕ ਪਿਰਤਾਂ ਪਾਉਂਦਾ ਹੈ, ਇੱਕ ਨਵੀਆਂ ਪੈੜਾਂ ਪਾਉਂਦਾ ਹੈ ਸਿੱਖ ਕੌਮ ਦੇ ਵਾਸਤੇ, ਵੀ ਜੇ ਅਰਦਾਸ ਦੇ ਨਾਲ ਗੁਰੂ ਨਾਨਕ ਨੇ ਜੋੜਿਆ ਤੇ ਉਹ ਅਰਦਾਸ ਕਰਨੀ ਕਿਵੇਂ ਹੈ ਤੇ ਅਰਦਾਸ ਕਰਾਉਣ ਵਾਲਾ ਵੀ ਕਿਵੇਂ ਦਾ ਹੋਵੇ। ਹੁਣ ਧਿਆਨ ਦੇ ਕੇ ਸੁਣਿਓ, ਇਸ ਇਤਿਹਾਸ ਨੂੰ ਆਪਾਂ 10-15 ਮਿੰਟਾਂ ਦੇ ਵਿੱਚ ਸਮਾਪਤੀ ਕਰ ਦੇਣੀ। 10 ਮਿੰਟਾਂ 'ਚ ਮਾਤਾ ਗੰਗਾ ਜੀ ਨੇ ਜਦੋਂ ਇੰਨੀ ਬੇਨਤੀ ਕੀਤੀ, ਗੁਰੂ ਅਰਜਨ ਸਾਹਿਬ ਨੇ ਕਿਹਾ, ਗੰਗਾ ਇਸ ਘਰ ਦੇ ਵਿੱਚ ਆਪਣੇ ਵਾਸਤੇ ਕੁਝ ਨਹੀਂ ਮੰਗਿਆ ਜਾਂਦਾ। ਜੇ ਤੁਸੀਂ ਚਾਹੁੰਦੇ ਆ ਤੇ ਤੁਸੀਂ ਇੰਦਰੀ ਜਿੱਤ ਸਿੱਖ ਜਿਹੜਾ ਵਾ ਪੂਰਨ ਗੁਰਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਕੋਲ ਜਾਓ, ਉਹ ਅਰਦਾਸ ਕਰਨ, ਉਹਨਾਂ ਦੀ ਅਰਦਾਸ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੋ ਸਕਦੀ ਹੈ। ਹੁਣ ਮਾਤਾ ਗੰਗਾ ਨੇ ਵੀ ਨਹੀਂ ਪੁੱਛਿਆ ਵੀ ਜਾਣਾ ਕਿਵੇਂ ਹੈ। ਸਵੇਰ ਨੂੰ ਤਿਆਰੀ ਕੀਤੀ, ਰਥਾਂ ਦੇ ਉੱਪਰ ਸਵਾਰ ਹੋਏ, ਲੰਗਰ ਪਾਣੀ ਲਿਆ, ਫਰੂਟ ਵਗੈਰਾ ਲਿਆ, ਸੇਵਾਦਾਰ ਨੇ ਨਾਲ ਸੇਵਾਦਾਰਨੀਆਂ ਜਿਹੜੀਆਂ ਸੀ ਉਹ ਲਈਆਂ। ਬੀੜ ਬਾਬਾ ਬੁੱਢਾ ਸਾਹਿਬ ਦੀ ਜਦੋਂ ਇਹ ਰਥ ਪਹੁੰਚਿਆ, ਕੱਚੇ ਰਸਤੇ ਹੁੰਦੇ ਸੀ, ਧੂੜ ਉੱਡਦੀ ਹੈ। ਬਾਬਾ ਬੁੱਢਾ ਸਾਹਿਬ ਜੀ ਦੂਰੋਂ ਦੇਖ ਕੇ ਕਹਿੰਦੇ, ਪਤਾ ਨਹੀਂ ਕੀ ਗੱਲ ਹੈ, ਧੂੜ ਕਿਉਂ ਉੱਡਦੀ ਆ ਰਹੀ ਹੈ। ਇੱਕ ਗੁਰੂ ਕਾ ਸਿੱਖ ਉੱਤੇ ਸੇਵਾਦਾਰ ਕਹਿੰਦਾ, ਬਾਬਾ ਜੀ ਇਉਂ ਲੱਗਦਾ ਜਿਵੇਂ ਗੁਰੂ ਕੇ ਮਹਿਲ ਆ ਰਹੇ ਹੋਣ। ਤੇ ਸੁਭਾਵਕ ਬੋਲ ਸੀ ਕਿ ਗੁਰੂ ਕਿਆਂ ਨੂੰ ਕਿੱਧਰ ਭਾਜਣਾ ਪੈ ਗਈਆਂ, ਬਾਬਾ ਬੁੱਢਾ ਸਾਹਿਬ ਦੇ ਬੋਲ। ਹੁਣ ਜਦੋਂ ਇਹ ਰਥ ਉੱਥੇ ਗਿਆ, ਉਤਰੇ, ਜਾ ਕੇ ਨਮਸਕਾਰ ਕੀਤੀ, ਬਾਬਾ ਬੁੱਢਾ ਸਾਹਿਬ ਜੀ ਬੈਠੇ ਸਨ। ਮਾਤਾ ਗੰਗਾ ਜੀ ਨੇ ਉਹ ਲੰਗਰ ਪਾਣੀ ਰੱਖਿਆ ਅੱਗੇ, ਜੋ ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦ ਹੋਰ ਲੈ ਕੇ ਆਏ ਸੀ ਉਹ ਅੱਗੇ ਰੱਖਿਆ। ਦਾਸੀ ਕਹਿਣ ਲੱਗੀ, ਬਾਬਾ ਜੀ ਅਰਦਾਸ ਕਰ ਦਿਓ। ਬਾਬਾ ਬੁੱਢਾ ਸਾਹਿਬ ਨੇ ਇੱਕੋ ਗੱਲ ਕਹੀ, ਪ੍ਰਿੰਸੀਪਲ ਗੰਗਾ ਸਿੰਘ ਨੂੰ ਜ਼ਰੂਰ ਪੜ੍ਹਿਓ,
ਉਹਨਾਂ ਨੇ ਜਿਹੜੀ ਛਠਮ ਪੀਰ ਬੈਠਾ ਗੁਰ ਭਾਰੀ ਉਹਨਾਂ ਦੀ ਕਿਤਾਬ ਹੈ, ਹਰ ਗੁਰਸਿੱਖ ਨੂੰ ਉਹ ਪੜ੍ਹਨੀ ਚਾਹੀਦੀ ਹੈ, ਬੜੀ ਕਮਾਲ ਦੀ ਹੈ। ਉਹਦੇ ਵਿੱਚ ਉਹਨਾਂ ਨੇ ਇਹ ਬੋਲ ਲਿਖੇ ਹੈ, ਕਹਿੰਦੇ ਬਾਬਾ ਬੁੱਢਾ ਸਾਹਿਬ ਨੇ ਕਿਹਾ ਜਦੋਂ ਅਰਦਾਸ ਕਰਨੀ ਹੁਣ ਇਵੇਂ ਰੱਥਾਂ 'ਤੇ ਚੜ੍ਹ ਕੇ ਨਹੀਂ ਆਈਦਾ। ਬਾਬਾ ਬੁੱਢਾ ਸਾਹਿਬ ਦੇ ਬੋਲ ਸੀ, ਮੈਂ ਕੌਣ ਹੁੰਦਾ, ਮੈਂ ਤੇ ਗੁਰੂ ਕੀਆਂ ਮੱਝਾਂ ਗਾਵਾਂ ਚਾਰਨ ਵਾਲਾ, ਮੇਰੀ ਅਰਦਾਸ ਭਲਾ ਕਿੱਥੇ ਸੁਣੀ ਜਾਵੇਗੀ। ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਨਹੀਂ ਕੀਤੀ, ਕਿਉਂਕਿ ਬਾਬਾ ਬੁੱਢਾ ਸਾਹਿਬ ਵਰਗਾ ਜੀਵਨ ਬਣਨਾ ਬੜਾ ਔਖਾ ਹੈ। ਅਤੇ ਇੱਥੇ ਅਸੀਂ ਕਈ ਵਾਰੀ ਫੋਨ 'ਤੇ ਕਹਿੰਦੇ ਬਾਬਾ ਜੀ ਕੜਾਹ ਪ੍ਰਸ਼ਾਦੀ ਦੇ ਕੇ ਤਿਆਰ ਕਰ ਦਿਓ, ਅਸੀਂ ਤੁਰੇ ਆਉਣੇ ਹਾਂ ਅਤੇ ਅਰਦਾਸ ਕਰ ਦਿਓ। ਅਤੇ ਜਾਂ ਅਸੀਂ ਇੱਥੇ ਆ ਕੇ ਫੋਨ ਕਰਨਾ, ਬਾਬਾ ਕਿਤੇ ਗਰਮੀ ਦਾ ਮੌਸਮ ਹੈ, ਦਸਤਾਰ ਲਾ ਕੇ ਬੈਠਾ ਹੈ ਅਤੇ ਅਸੀਂ 5 ਮਿੰਟ ਵੇਟ ਨਹੀਂ ਕਰਨੀ, ਦੱਸ ਅਸੀਂ ਉੱਥੇ ਕਮੇਟੀ ਨੂੰ ਦੱਸਣ ਤੱਕ ਜਾਣਾ ਵੀ ਵੇਖੋ ਅਸੀਂ 10 ਮਿੰਟ ਤੱਕ ਉੱਥੇ ਬੈਠੇ ਰਹੇ। ਅਰਦਾਸ ਦੀ ਮਹਾਨਤਾ ਦੇਖਿਓ, ਮਹਾਨਤਾ ਕਿਹੜੀ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਕਰਨ ਵਾਲਾ ਵੀ ਅਰਦਾਸ ਵਾਲਾ ਅਤੇ ਕਰਾਉਣ ਵਾਲਾ ਵੀ ਜਿਹੜਾ ਉਹ ਕਿੱਦਾਂ ਦੇ ਹੋਣੇ ਚਾਹੀਦੇ ਦੋਵੇਂ ਜਾਣੇ। ਬਾਬੇ ਬੁੱਢੇ ਨੇ ਅਰਦਾਸ ਨਹੀਂ ਕੀਤੀ, ਇਹ ਵਾਪਸ ਆਉਂਦੇ ਹੈ, ਮਨ ਅੰਦਰੋਂ ਟੁੱਟ ਗਿਆ। ਸ਼ਾਮ ਦੇ ਵਕਤ ਗੁਰੂ ਅਰਜਨ ਸਾਹਿਬ ਜੀ ਜਦੋਂ ਵਾਪਸ ਆਏ, ਮਾਤਾ ਗੰਗਾ ਜੀ ਅੰਦਰੋਂ ਦਿਲ ਟੁੱਟਾ ਹੋਇਆ ਸੀ। ਗੁਰੂ ਅਰਜਨ ਸਾਹਿਬ ਨੇ ਕਿਹਾ, ਗੰਗਾ ਕੀ ਗੱਲ ਹੈ, ਅਰਦਾਸ ਹੋਈ ਨਹੀਂ? ਕਹਿਣ ਲੱਗੇ ਜੀ ਉੱਥੇ ਤੇ ਆਹ ਬਚਨ ਹੋਏ ਆ, ਗਏ ਕਿਵੇਂ ਸੀ? ਰੱਥ ਦੇ ਉੱਪਰ ਸਵਾਰ ਹੋ ਕੇ। ਕੀ ਲੈ ਕੇ ਗਏ ਸੀ? ਅਸੀਂ ਜੀ 36 ਤਰ੍ਹਾਂ ਦੇ ਪਦਾਰਥ ਤਿਆਰ ਕੀਤੇ ਸੀ, ਵਧੀਆ ਲੰਗਰ ਖੀਰ ਪੂੜੇ ਤਿਆਰ ਕਰਕੇ ਲੈ ਕੇ ਗਏ ਸੀ, ਪਰ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਲੰਗਰ ਵੀ ਨਹੀਂ ਛਕਿਆ। ਯਾਦ ਰੱਖਿਓ, ਧਿਆਨ ਦਿਓ, ਇੱਕ ਪਾਸੇ ਗੁਰੂ ਕੇ ਮਹਿਲ ਹੈ ਅਤੇ ਇੱਕ ਪਾਸੇ ਗੁਰੂ ਕੀਆਂ ਮੱਝਾਂ ਗਾਵਾਂ ਚਾਰਨ ਵਾਲਾ ਗੁਰੂ ਕਾ ਸਿੱਖ ਹੈ। ਮਹਾਨਤਾ ਕਿਹਨੂੰ ਹੈ? ਗੁਰੂ ਕੇ ਸਿੱਖ ਨੂੰ। ਬਾਬਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਕਹੀ ਮਾਤਾ ਗੰਗਾ ਜੀ ਨੂੰ ਆਪਣੇ ਮਹਿਲ ਨੂੰ ਕਹਿਣ ਲੱਗੇ, ਕਹਿੰਦੇ ਗੰਗਾ ਅਰਦਾਸ ਕਰਨ ਦਾ ਤਰੀਕਾ ਤੁਸੀਂ ਪੁੱਛਿਆ ਨਹੀਂ, ਹੁਣ ਇੱਦਾਂ ਕਰਿਓ, ਪਹਿਰ ਰਾਤ ਰਹਿੰਦਿਆਂ ਉੱਠ ਕੇ, ਪਹਿਰ ਰਾਤ ਰਹਿੰਦਿਆਂ ਭਾਵ ਕਿ ਜਦੋਂ 12 ਤੋਂ ਬਾਅਦ 1 ਵੱਜ ਜਾਂਦਾ ਹੈ, ਤੁਸੀਂ 1 ਵਜੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਿਓ। ਫਿਰ ਤੁਸੀਂ ਅੱਧੇ ਛੋਲੇ ਅਤੇ ਅੱਧੀ ਕਣਕ ਲੈ ਕੇ ਉਹਨੂੰ ਚੱਕੀ ਨੂੰ ਪੀਸਿਓ। ਉਦੋਂ ਚੱਕੀਆਂ ਹੱਥ ਵਾਲੀਆਂ ਹੁੰਦੀਆਂ ਸੀ, ਆਪ ਤੁਸੀਂ ਉਹ ਆਟਾ ਪੀਣਾ ਹੈ। ਅੱਧੇ ਚਣੇ ਅਤੇ ਅੱਧੀ ਕਣਕ ਆਪਣੇ ਹੱਥੀਂ ਤੁਸੀਂ ਪ੍ਰਸ਼ਾਦਾ ਤਿਆਰ ਕਰਨਾ, ਮਿੱਸੇ ਪ੍ਰਸ਼ਾਦੇ ਤਿਆਰ ਕਰਨੇ ਹੈ। ਫਿਰ ਨਾਲ ਲੱਸੀ ਲੈ ਕੇ ਅਤੇ ਤੁਸੀਂ ਨੰਗੇ ਪੈਰੀਂ ਅੰਮ੍ਰਿਤਸਰ ਤੋਂ ਬੀੜ ਬਾਬੇ ਬੁੱਢੇ ਸਾਹਿਬ ਦੀ ਪਹੁੰਚਣਾ। ਮਾਤਾ ਗੰਗਾ ਜੀ ਨੇ ਆਪ ਸਾਰਾ ਕੁਝ ਤਿਆਰ ਕੀਤਾ, ਚੱਕੀ ਗੇੜੀ। ਹੁਣ ਤੇ ਸਾਰਾ ਕੁਝ ਬਣਿਆ ਬਣਾਇਆ ਮਿਲ ਜਾਂਦਾ, ਕੋਈ ਐਡੀ ਗੱਲ ਨਹੀਂ ਗੀ, ਪਰ ਉਸ ਟਾਈਮ 'ਤੇ ਚੱਕੀ ਉਹਨਾਂ ਨੇ ਪਹਿਲਾਂ ਨਿਤਨੇਮ ਕੀਤਾ, ਜਪਜੀ ਸਾਹਿਬ ਸੁਖਮਨੀ ਸਾਹਿਬ ਪੜ੍ਹਿਆ, ਜੋ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ। ਜਪਜੀ ਸਾਹਿਬ ਅਤੇ ਸੁਖਮਨੀ ਸਾਹਿਬ ਪੜ੍ਹਨ ਤੋਂ ਬਾਅਦ ਮਾਤਾ ਗੰਗਾ ਜੀ ਨੇ ਆਪ ਉਹ ਚੱਕੀ ਗੇੜ ਕੇ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ। ਅੱਧੇ ਛੋਲੇ ਅਤੇ ਅੱਧੀ ਕਣਕ ਜਿਹੜੀ ਸੀ ਉਹਨੂੰ ਪੀਸ ਕੇ ਲੰਗਰ ਤਿਆਰ ਕੀਤਾ ਅਤੇ ਫਿਰ ਇੱਕ ਗੋਲੀ ਨੂੰ ਸੇਵਾਦਾਰਨੀ ਨੂੰ ਨਾਲ ਲਿਆ, ਉਹਨੂੰ ਫੜਾਇਆ ਕੁਝ ਨਹੀਂ, ਪ੍ਰਸ਼ਾਦੇ ਜਿਹੜੇ ਸੀ ਹੱਥ ਵਿੱਚ ਪਕੜੇ ਹੈ, ਲੱਸੀ ਵਾਲਾ ਕੁੱਜਾ ਸਿਰ ਦੇ ਉੱਪਰ ਰੱਖਿਆ ਹੈ ਅਤੇ ਮਾਤਾ ਗੰਗਾ ਜੀ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੁਣ ਬੀੜ ਬਾਬਾ ਬੁੱਢਾ ਸਾਹਿਬ ਜੀ ਨੂੰ ਤੁਰ ਪਏ। ਪ੍ਰਿੰਸੀਪਲ ਗੰਗਾ ਸਿੰਘ ਲਿਖਦਾ, ਜਦੋਂ ਬੀੜ ਬਾਬੇ ਬੁੱਢੇ ਦੀਆਂ ਜੂਹਾਂ ਦੇ ਵਿੱਚ ਪਹੁੰਚਦੇ ਹੈ ਨਾ ਮਾਤਾ ਗੰਗਾ ਜੀ, ਅਤੇ ਬਾਬਾ ਬੁੱਢਾ ਜੀ ਖੇਤੀਬਾੜੀ ਗੋਡਦੇ ਪਏ ਸੀ ਅਤੇ ਉੱਠ ਕੇ ਅਗਲਵਾਂਢੀ ਅੱਗੇ ਨੂੰ ਆ ਗਏ। ਅੱਗੇ ਆ ਕੇ ਮਿਲੇ, ਆ ਕੇ ਨਮਸਕਾਰ ਕੀਤੀ, ਕਹਿੰਦੇ ਮਾਤਾ ਜੀ ਕੀ ਲੈ ਕੇ ਆਏ? ਕਹਿੰਦੇ ਪ੍ਰਸ਼ਾਦਾ। ਕਹਿੰਦੇ ਬੜਾ ਚੰਗਾ ਕੀਤਾ, ਅੱਜ ਭੁੱਖ ਬਹੁਤ ਲੱਗੀ ਸੀ। ਪਹਿਲੇ ਦਿਨ ਖੀਰ ਪੂੜੇ ਲੈ ਕੇ ਆਏ ਅਤੇ ਇਹ ਨਹੀਂ ਕਿਹਾ ਭੁੱਖ ਲੱਗੀ ਸੀ, ਪ੍ਰਸ਼ਾਦਾ ਦੇਖਿਆ ਵੀ ਨਹੀਂ। ਅੱਜ ਮਾਤਾ ਗੰਗਾ ਜੀ ਭਾਵਨਾ ਨਾਲ ਲੈ ਕੇ ਗਏ ਅਤੇ ਬਾਬਾ ਬੁੱਢਾ ਸਾਹਿਬ ਨੇ ਕਿਹਾ ਭੁੱਖ ਬੜੀ ਲੱਗੀ ਸੀ, ਚੰਗਾ ਕੀਤਾ, ਮਾਂ ਨੂੰ ਫਿਕਰ ਹੁੰਦਾ ਹੈ ਪੁੱਤ ਦੇ ਵਾਸਤੇ। ਪ੍ਰਸ਼ਾਦਾ ਪਕੜਿਆ, ਹੱਥ ਧੋਤੇ ਅਤੇ ਹੱਥ ਧੋ ਕੇ ਬਾਬਾ ਬੁੱਢੇ ਸਾਹਿਬ ਨੇ ਉੱਧਰ ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਪ੍ਰਸ਼ਾਦੇ ਖੋਲ੍ਹ ਕੇ ਵਿੱਚੋਂ ਇੱਕ ਗੰਢਾ ਲਿਆ। ਬਾਬੇ ਬੁੱਢੇ ਸਾਹਿਬ ਨੇ ਕਿਹਾ ਮਾਤਾ ਜੀ ਦੱਸੋ ਕਿਹੜੀ ਅਰਦਾਸ ਕਰਨੀ ਹੈ? ਅਤੇ ਕੋਲੋਂ ਗੋਲੀ ਕਹਿਣ ਲੱਗੀ ਜੀ ਇੱਕ ਪੁੱਤਰ ਦੀ ਅਰਦਾਸ ਕਰ ਦਿਓ। ਅਤੇ ਬਾਬਾ ਬੁੱਢਾ ਸਾਹਿਬ ਨੇ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਤੱਕ ਯਾਦ ਕਰਕੇ ਗੁਰੂ ਸਾਹਿਬਾਂ ਨੂੰ ਅਰਦਾਸ ਕਰਕੇ ਇਤਿਹਾਸਕਾਰ ਲਿਖਦਾ, ਕਹਿੰਦੇ ਅਸਮਾਨ ਦੇ ਉੱਪਰ ਜਿਹੜੀ ਸੀ ਬਿਜਲੀ ਚਮਕਣੀ ਸ਼ੁਰੂ ਹੋਈ ਹੈ, ਬੱਦਲ ਦੀ ਗਰਜ ਪੈਦਾ ਹੋਈ ਹੈ, ਇੱਕਦਮ ਠੰਡੀ ਹਵਾ ਚੱਲੀ ਹੈ, ਨਿੱਕੀਆਂ ਨਿੱਕੀਆਂ ਕਣੀਆਂ ਜਿਹੜੀਆਂ ਸੀ ਉਹ ਸ਼ੁਰੂ ਹੋ ਗਈਆਂ ਹੈ। ਜਿਸ ਦਿਨ ਮਾਤਾ ਗੰਗਾ ਜੀ ਦੂਸਰੀ ਵਾਰੀ ਪ੍ਰਸ਼ਾਦਾ ਲੈ ਕੇ ਗਏ ਉਸ ਦਿਨ 21 ਅੱਸੂ ਵਾਲਾ ਦਿਨ ਸੀ। 21 ਅੱਸੂ ਚੇਤਾ ਰੱਖਿਓ,
ਜਿਹੜਾ ਬੀੜ ਬਾਬਾ ਬੁੱਢਾ ਸਾਹਿਬ ਮੇਲਾ ਮਨਾਇਆ ਜਾਂਦਾ ਹੈ ਨਾ, ਉਹ ਅਰਦਾਸ ਦਿਵਸ ਹੈ ਅਸਲ ਦੇ ਵਿੱਚ। ਚਾਹੀਦਾ ਸੀ ਸਾਡੀ ਕਮੇਟੀ ਨੂੰ ਉਹਦਾ ਨਾਂ ਰੱਖਦੇ ਅਰਦਾਸ ਦਿਵਸ, ਪਰ ਅਸੀਂ ਬਦਲ ਕੇ ਰੱਖ ਦਿੱਤਾ ਬਾਬਾ ਬੁੱਢਾ ਸਾਹਿਬ ਮੁੰਡਿਆਂ ਵਾਲਾ ਬਾਬਾ, ਮੁੰਡੇ ਦੇਣ ਵਾਲਾ। ਬਾਬਾ ਬੁੱਢਾ ਸਾਹਿਬ 72 ਤਰ੍ਹਾਂ ਦੀਆਂ ਵਿਦਿਆ ਜਾਣਦਾ ਸੀ, 72 ਤਰ੍ਹਾਂ ਦੀਆਂ ਵਿਦਿਆ ਬਾਬੇ ਬੁੱਢੇ ਸਾਹਿਬ ਨੂੰ ਆਉਂਦੀਆਂ ਸੀ। ਗੱਤਕਾ, ਘੋੜਾ, ਨੇਜਾਬਾਜੀ, ਹਰ ਤਰ੍ਹਾਂ ਦਾ ਜਿਹੜਾ ਸੀ ਉਹਨਾਂ ਨੂੰ ਗੱਤਕਾ, ਸ਼ਸਤਰ ਅਭਿਆਸ। ਪਰ ਅੱਜ ਬਾਬੇ ਬੁੱਢੇ ਸਾਹਿਬ ਦੀ ਕੋਈ ਫੋਟੋ ਤੁਹਾਨੂੰ ਕਿਰਪਾਨ ਵਾਲੀ ਨਹੀਂ, ਕੋਈ ਫੋਟੋ ਬਾਬੇ ਬੁੱਢੇ ਦੀ ਡਾਂਗ ਵਾਲੀ ਨਹੀਂ, ਕੋਈ ਫੋਟੋ ਬਾਬੇ ਬੁੱਢੇ ਦੀ ਘੋੜ ਸਵਾਰੀ ਵਾਲੀ ਨਹੀਂ। ਹਰ ਫੋਟੋ 'ਤੇ ਬਾਬੇ ਬੁੱਢੇ ਨੂੰ ਗੰਢਾ ਫੜਾਇਆ ਹੈ ਅਤੇ ਅਸੀਂ ਬੜੇ ਚਾਅ ਨਾਲ ਲੈ ਕੇ ਆਉਣੇ ਆ। ਆਪਾਂ ਉੱਥੇ ਇਤਿਹਾਸ ਵਿੱਚ ਪਹੁੰਚਣਾ ਹੀ ਹਾਲੇ। ਹੁਣ ਬਾਬਾ ਬੁੱਢਾ ਸਾਹਿਬ ਜੀ ਨੇ ਕਹਿੰਦੇ ਅਰਦਾਸ ਕਰਕੇ ਜਦੋਂ ਗੰਢਾ ਭੰਨਿਆ, ਵਿੱਚੋਂ ਗੋਲੀ ਨਿਕਲ ਕੇ ਉਹ ਮਾਈ ਮਾਤਾ ਗੰਗਾ ਦੀ ਝੋਲੀ ਵਿੱਚ ਜਾ ਕੇ ਪਈ ਹੈ, ਅਤੇ ਹੱਸ ਕੇ ਕਹਿਣ ਲੱਗੇ ਮਾਤਾ ਜੀ ਕੀ ਮੰਗਿਆ ਸੀ? ਕਹਿੰਦੇ ਇੱਕ ਪੁੱਤਰ। ਕਹਿੰਦੇ ਪੁੱਤਰ ਨਹੀਂ, ਯੋਧਾ ਤੇ ਵੱਡ ਯੋਧਾ ਬਹੁ ਪਰਉਪਕਾਰੀ ਪੈਦਾ ਹੋਣਾ ਹੈ। ਉਹ ਯੋਧਾ ਵੀ ਹੋਣਾ ਅਤੇ ਪਰਉਪਕਾਰੀ ਵੀ ਹੋਵੇਗਾ। ਜਿਵੇਂ ਬੱਦਲ ਗਰਜਦਾ ਹੈ ਜੰਗ ਦੇ ਮੈਦਾਨ ਵਿੱਚ, ਇਵੇਂ ਗੱਜਿਆ ਕਰੇਗਾ। ਜਿਵੇਂ ਬਿਜਲੀ ਲਿਸ਼ਕਦੀ ਇਵੇਂ ਉਹਦੀ ਤਲਵਾਰ ਲਿਸ਼ਕਿਆ ਕਰੇਗੀ। ਅਤੇ ਜਿਵੇਂ ਇਹ ਵਰਖਾ ਹੋ ਰਹੀ, ਠੰਡੀ ਹਵਾ ਚੱਲਦੀ ਹੈ, ਉਹਦੇ ਦਰਬਾਰ ਦੇ ਵਿੱਚੋਂ ਠੰਡੀਆਂ ਠੰਡੀਆਂ ਹਵਾਵਾਂ ਵੀ ਚੱਲਿਆ ਕਰਨਗੀਆਂ। ਰਹਿਮਤਾਂ ਦੀਆਂ, ਕਿਰਪਾ ਦੀਆਂ, ਬਖਸ਼ਿਸ਼ਾਂ ਦਾ ਮੀਂਹ ਵੀ ਵਰਸਿਆ ਕਰੇਗਾ ਉਹਦੇ ਦਰਬਾਰ ਦੇ ਵਿੱਚ। ਜਿਵੇਂ ਮੁੱਕੀ ਮਾਰ ਕੇ ਗੰਢਾ ਭੰਨਿਆ, ਇਵੇਂ ਜਰਵਾਣੀਆਂ ਦਾ ਸਿਰ ਭੰਨਿਆ ਕਰੇਗਾ। ਇਹ ਬਖਸ਼ਿਸ਼ਾਂ ਕੀਤੀਆਂ ਬਾਬਾ ਬੁੱਢਾ ਸਾਹਿਬ ਨੇ। 21 ਅੱਸੂ ਵਾਲੇ ਦਿਨ ਇਹ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕੀਤੀ ਹੈ। ਅਰਦਾਸ ਪ੍ਰਵਾਨ ਹੋਈ ਹੈ ਅਤੇ ਹਾੜ ਦੇ ਮਹੀਨੇ ਦੇ ਵਿੱਚ ਤਕਰੀਬਨ ਜਿਹੜਾ ਸੀ 19 ਕੁ ਹਾੜ ਨੂੰ, ਦੇਖੋ 9.5 ਮਹੀਨੇ ਦਾ ਸਮਾਂ ਮੇਰਾ ਖਿਆਲ ਬਣ ਜਾਂਦਾ ਹੈ। 21 ਅੱਸੂ ਤੋਂ ਲੈ ਕੇ ਅਤੇ ਹਾੜ ਜਿਹੜਾ ਵਾ ਅਖੀਰ ਤੱਕ 20-21 ਹਾੜ ਤੱਕ, ਜਿਸ ਦਿਨ ਗੁਰੂ ਘਰ ਦੇ ਅੰਦਰ ਉਹ ਖੁਸ਼ੀਆਂ ਵਾਲਾ ਸਮਾਂ। ਗੁਰੂ ਅਰਜਨ ਸਾਹਿਬ ਨੂੰ ਪਤਾ ਸੀ ਵੀ ਭਰਾ ਜਿਹੜਾ ਵਾ ਈਰਖਾ ਰੱਖਦਾ ਹੈ। ਇੱਥੋਂ ਪਰਿਵਾਰ ਨੂੰ ਲੈ ਕੇ ਵਡਾਲੀ ਜਿਹੜਾ ਸੀ ਮਹਾਰਾਜ ਸਾਹਿਬ ਚਲੇ ਗਏ। ਵਡਾਲੀ ਜਿਹੜਾ ਸੀ ਉੱਥੇ ਇੱਕ ਗੁਰੂ ਕਾ ਪਿਆਰਾ ਗੁਰਸਿੱਖ ਜੀ ਦੀ ਹਵੇਲੀ ਦੇ ਵਿੱਚ ਮਹਾਰਾਜ ਸਾਹਿਬ ਨੇ ਨਿਵਾਸ ਰੱਖਿਆ ਹੈ। ਇੱਥੇ ਜਿਹੜਾ ਸੀ 1595 ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਆਮਦ ਹੁੰਦੀ ਹੈ, ਪ੍ਰਕਾਸ਼ ਹੁੰਦਾ ਹੈ। ਅਤੇ ਗੁਰੂ ਅਰਜਨ ਸਾਹਿਬ ਨੇ ਨਾਮ ਨਹੀਂ ਰੱਖਿਆ। ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਕਿਹਨੇ ਰੱਖਿਆ? ਫਿਰ ਸੇਵਾਦਾਰ ਨੂੰ ਭੇਜਿਆ, ਜਾਓ ਬਾਬਾ ਬੁੱਢਾ ਸਾਹਿਬ ਨੂੰ ਲੈ ਕੇ ਆਓ। ਬਾਬਾ ਬੁੱਢਾ ਸਾਹਿਬ ਆਏ, ਹੱਥ ਜੋੜ ਕੇ ਗੁਰੂ ਅਰਜਨ ਸਾਹਿਬ ਨੇ ਕਿਹਾ ਬਾਬਾ ਬੁੱਢਾ ਸਾਹਿਬ ਅਰਦਾਸ ਵੀ ਤੁਸੀਂ ਕੀਤੀ ਸੀ ਅਤੇ ਤੁਹਾਡੀ ਅਰਦਾਸ ਨਾਲ ਸਾਹਿਬਜ਼ਾਦੇ ਦਾ ਜਨਮ ਹੋਇਆ, ਅਤੇ ਹੁਣ ਨਾਂ ਵੀ ਇਹਦਾ ਤੁਸੀਂ ਰੱਖ ਦਿਓ। ਕਹਿੰਦੇ ਹਾਲੇ ਥੋੜ੍ਹੇ ਜਿਹੇ ਸਮੇਂ ਦੇ ਸੀ ਜਦੋਂ ਬਾਬੇ ਬੁੱਢੇ ਸਾਹਿਬ ਨੇ ਆਪਣੇ ਹੱਥਾਂ ਵਿੱਚ ਚੁੱਕ ਕੇ ਕਿਹਾ ਇਹ ਮੇਰਾ ਹਰਗੋਬਿੰਦ ਹੈ। ਅਤੇ ਜਿਸ ਦਿਨ 5 ਸਾਲ ਦੇ ਹੋ ਗਏ ਗੁਰੂ ਹਰਗੋਬਿੰਦ ਸਾਹਿਬ, ਉਸ ਦਿਨ ਫਿਰ ਬਾਬੇ ਬੁੱਢੇ ਸਾਹਿਬ ਨੂੰ ਬੁਲਾਇਆ ਗਿਆ। ਇੱਕ ਦਸਤਾਰ, ਇੱਕ ਗੁੜ ਦੀ ਰੋੜੀ ਗੁਰੂ ਅਰਜਨ ਸਾਹਿਬ ਨੇ ਲੈ ਕੇ ਬਾਬੇ ਬੁੱਢੇ ਸਾਹਿਬ ਦੇ ਹੱਥ ਦੇ ਵਿੱਚ ਦੇ ਕੇ ਕਿਹਾ ਬਾਬਾ ਬੁੱਢਾ ਸਾਹਿਬ ਮੇਰੇ ਪੁੱਤਰ ਨੂੰ ਵਿਦਿਆ ਦੀ ਦਾਤ ਵੀ ਤੁਸੀਂ ਦਿਓਗੇ। ਅਤੇ ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਕੇ ਕਿਹਾ ਮੈਂ ਤੇ ਗੁਰੂ ਕੀਆਂ ਮੱਝਾਂ ਗਾਵਾਂ ਚਾਰਨ ਵਾਲਾ, ਮੈਂ ਤੁਹਾਡੇ ਪੁੱਤਰ ਨੂੰ ਕਿਹੜੀ ਵਿਦਿਆ ਦੇ ਸਕਦਾ ਹਾਂ? ਅਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਬਾਬਾ ਬੁੱਢਿਆ ਮੇਰੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਉਹ ਵਿਦਿਆ ਦੇ ਦੇ ਜਿਹੜੀ 12 ਸਾਲ ਦੀ ਉਮਰ ਵਿੱਚ ਤੂੰ ਗੁਰੂ ਨਾਨਕ ਸਾਹਿਬ ਨੂੰ ਸੁਣਾਈ ਸੀ। ਉਹਨੇ ਤੈਨੂੰ ਬੂੜੇ ਤੋਂ ਬੁੱਢਾ ਬਣਾ ਦਿੱਤਾ, ਅਤੇ ਮੇਰੇ ਪੁੱਤਰ ਨੂੰ ਵੀ ਉਹ ਵਿਦਿਆ ਸਿਖਾ ਦੇ। ਬਾਬਾ ਬੁੱਢਾ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਘੋੜ ਸਵਾਰੀ, ਬਾਬਾ ਬੁੱਢਾ ਸਾਹਿਬ ਨੇ ਗੁਰਮੁਖੀ ਸਿਖਾਈ, ਗੁਰਬਾਣੀ ਦੀ ਸੰਥਿਆ। ਛੋਟੀ ਉਮਰ ਦੇ ਵਿੱਚ ਪ੍ਰਿਥੀ ਚੰਦ ਦੇ ਵੱਲੋਂ ਬੜੀਆਂ ਵੱਡੀਆਂ ਜਿਹੜੀਆਂ ਸੀ, ਕਿਉਂਕਿ ਜਦੋਂ ਸਾਹਿਬਜ਼ਾਦੇ ਦੀ ਆਮਦ ਹੁੰਦੀ ਹੈ ਬਾਬਾ ਪ੍ਰਿਥੀ ਚੰਦ ਨੇ ਹਰ ਯਤਨ ਕੀਤਾ। ਪਹਿਲਾਂ ਇੱਕ ਦਾਈ ਨੂੰ ਭੇਜਿਆ ਵੀ ਉਹ ਬੱਚੇ ਨੂੰ ਜ਼ਹਿਰ ਦੇ ਦੇਵੇ। ਉਹ ਕੁਝ ਪੈਸੇ ਦੇ ਲਾਲਚ ਦੇ ਵਿੱਚ ਗਈ ਵੀ ਉੱਥੇ ਮੈਂ ਉਹਨੂੰ ਮੌਤ ਦੇ ਕੇ ਅਤੇ ਆਪ ਮੈਨੂੰ ਜ਼ਿੰਦਗੀ ਮਿਲ ਜਾਵੇਗੀ, ਖੁੱਲ੍ਹੇ ਪੈਸੇ ਮਿਲਣਗੇ। ਪਰ ਉਹ ਜ਼ਹਿਰ ਜਿਹੜਾ ਸੀ ਉਹਦੇ ਸਰੀਰ 'ਤੇ ਉਲਟ ਅਸਰ ਹੋ ਗਿਆ ਅਤੇ ਉੱਥੇ ਜਾਂਦਿਆਂ ਉਹਦੀ ਮੌਤ ਹੋ ਗਈ। ਉਹਨੇ ਸਾਰੀ ਗੱਲ ਦੱਸ ਦਿੱਤੀ। ਉਸ ਤੋਂ ਬਾਅਦ ਇੱਕ ਸ਼ਫੇਰੇ ਨੂੰ ਜਿਹੜਾ ਸੀ ਲਾਲਚ ਦਿੱਤਾ ਗਿਆ। ਉਹ ਸੱਪ ਨੂੰ ਵੀ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨੇ ਉਹਦੀ ਸਿਰੀ ਫੇਂਕ ਕੇ ਮਾਰ ਦਿੱਤਾ। ਤੀਸਰਾ ਜਿਹੜਾ ਸੀ ਇੱਕ ਬ੍ਰਾਹਮਣ ਨੂੰ ਜਿਹੜਾ ਸੀ ਲਾਲਚ ਦਿੱਤਾ ਗਿਆ ਵੀ ਦਹੀਂ ਦੇ ਵਿੱਚ ਜਿਹੜਾ ਤੂੰ ਜ਼ਹਿਰ ਪਾ ਕੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨੂੰ ਖਤਮ ਕਰ ਦੇ। ਅਤੇ ਸਾਹਿਬ ਕਹਿੰਦੇ ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੇ ਸੂਲ।
ਉਹ ਜਿਹੜਾ ਦੁਸ਼ਟ ਬ੍ਰਾਹਮਣ ਸੀ ਸਾਹਿਬਜ਼ਾਦੇ ਦੇ ਮੂੰਹ ਦੇ ਵਿੱਚ ਦਹੀਂ ਪਾਉਂਦਾ ਏ। ਸਾਹਿਬਜ਼ਾਦੇ ਨੇ ਜਦੋਂ ਉੱਚੀ ਰੌਲਾ ਪਾਇਆ, ਗੁਰੂ ਅਰਜਨ ਸਾਹਿਬ ਆਏ, ਕਹਿੰਦੇ ਉਹ ਦਹੀਂ ਜਿਹੜਾ ਸੀ ਮਹਾਰਾਜ ਸਾਹਿਬ ਨੇ ਕੋਲ ਕੁੱਤਾ ਸੀ ਉਹਦੇ ਅੱਗੇ ਰੱਖਿਆ। ਜਦੋਂ ਕੁੱਤੇ ਨੇ ਦਹੀਂ ਖਾਧਾ ਤੇ ਉਹਦੀ ਖਾਂਦਿਆਂ ਸਾਰ ਮੌਤ ਹੋ ਗਈ। ਉਹ ਬ੍ਰਾਹਮਣ ਜਿਹੜਾ ਸੀ ਡਰ ਗਿਆ, ਉਹਨੇ ਅੰਦਰ ਸੂਲ ਹੋਈ, ਤੜਫਣਾ ਸ਼ੁਰੂ ਹੋਇਆ ਤੇ ਨਾਲ ਉਹਨੇ ਦੱਸ ਦਿੱਤਾ ਕਿ ਮੈਨੂੰ ਬਾਬੇ ਪਿਰਥੀ ਚੰਦ ਨੇ ਲਾਲਚ ਦਿੱਤਾ ਸੀ, ਉਹਦੀ ਵੀ ਮੌਤ ਹੋ ਗਈ। ਉਸ ਤੋਂ ਬਾਅਦ ਸੀਤਲਾ ਦਾ ਵੱਡਾ ਪ੍ਰਕੋਪ ਜਿਹੜਾ ਸੀ ਉਹ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨੂੰ ਬਹੁਤ ਬੁਖਾਰ ਤੇ ਸੀਤਲਾ ਜਿਹੜੀ ਜਿਹਨੂੰ ਮਾਤਾ ਕਹਿ ਦਿੰਦੇ ਆਪਾਂ ਸਾਰੇ ਸਰੀਰ ਦੇ ਉੱਪਰ ਨਿਕਲ ਆਈ। ਉਹਨਾਂ ਸਮਿਆਂ ਦੇ ਵਿੱਚ ਕੀ ਹੁੰਦਾ ਸੀ, ਇੱਕ ਬ੍ਰਾਹਮਣ ਦੇ ਕੋਲ ਜਾ ਕੇ ਫਾਂਡਾ ਕਰਾਇਆ ਜਾਂਦਾ ਸੀ। ਇੱਕ ਕੁੱਕੜ ਨੂੰ ਉਹਨੂੰ ਬੰਨ੍ਹ ਕੁੱਕੜ ਖੜਿਆ ਜਾਂਦਾ ਸੀ ਪੰਡਤ ਦੇ ਕੋਲ। ਉਹ ਪੰਡਤ ਨੂੰ ਕੁੱਕੜ ਦਿੱਤਾ ਜਾਂਦਾ ਸੀ, ਉਹਦਾ ਇੱਕ ਖੰਭ ਉਹ ਬੰਨ੍ਹ ਦਿੰਦਾ ਸੀ ਉਹਦੇ ਪੈਰਾਂ ਦੇ ਨਾਲ ਤੇ ਉਹ ਆਪਣੇ ਮੂੰਹ ਦੇ ਵਿੱਚੋਂ ਮੰਤਰ ਪੜ੍ਹਦਾ ਸੀ ਤੇ ਇੱਕ ਫਰ ਜਿਹੜਾ ਸੀ ਉਹਦੇ ਸਰੀਰ ਨਾਲ ਸੁਹਾਉਂਦਾ ਸੀ ਤੇ ਕਹਿੰਦੇ ਸੀ ਲਓ ਹੁਣ ਮਾਤਾ ਨੇ ਆਸ਼ੀਰਵਾਦ ਦੇ ਦਿੱਤਾ, ਹੁਣ ਹਫ਼ਤੇ ਦੇ ਵਿੱਚ ਠੀਕ ਹੋ ਜਾਵੇਗਾ। ਇਹ ਵੈਸੇ ਵੀ ਇੱਕ ਰੋਗ ਹੈ, ਇਹ ਵੈਸੇ ਵੀ ਹਫ਼ਤੇ ਦੇ ਅੰਦਰ ਠੀਕ ਹੋ ਜਾਂਦਾ ਹੈ, ਬੰਦਾ ਸਫਾਈ ਰੱਖੇ ਆਪਣੇ ਸਰੀਰ ਦੀ। ਪਰ ਇਹਨੂੰ ਮਾਤਾ ਦਾ ਨਾਂ ਦੇ ਦਿੱਤਾ ਗਿਆ। ਅੱਜ ਵੀ ਸਾਡੇ ਵਿੱਚ ਬੜੇ ਵੱਡੇ ਪੱਧਰ 'ਤੇ ਸਿੱਖਾਂ ਦੇ ਘਰਾਂ ਵਿੱਚ ਵੀ ਜਦੋਂ ਕਿਸੇ ਨੂੰ ਹੁੰਦਾ ਹੀ ਹੈ ਨਾ ਇਹ ਬਿਮਾਰੀ, ਇਹਨੂੰ ਚਿਕਨ ਬਾਕਸ ਕਹਿੰਦੇ ਆ ਵੈਸੇ ਡਾਕਟਰ, ਇਹਦਾ ਇੰਜੈਕਸ਼ਨ ਲੱਗਦਾ ਹੈ। ਅੱਜ ਕੱਲ੍ਹ ਇੰਜੈਕਸ਼ਨ ਲੱਗ ਜਾਵੇ ਤੇ ਵੈਸੇ ਹੀ ਮੁੜ ਕੇ ਖਤਮ ਹੋ ਜਾਂਦੀ, ਫਿਰ ਹੁੰਦੀ ਨਹੀਂ ਉਹਨੂੰ। ਪਰ ਜਿਹੜਾ ਨਹੀਂ ਲਵਾਉਂਦਾ ਉਹਨਾਂ ਨੂੰ ਕਈ ਵਾਰੀ ਇਹਦਾ ਅਸਰ ਹੋ ਜਾਂਦਾ ਹੈ। ਫਿਰ ਸਾਡੇ ਲੋਕ ਕੀ ਕਰਦੇ ਹੈ, ਤੜਕਾ ਨਹੀਂ ਲਾਉਣਾ ਘਰੇ, ਗੰਢਾ ਪਿਆਜ਼ ਦਾ, ਇਹ ਬੇਰੀ ਨੂੰ ਜਾ ਕੇ ਲੱਸੀ ਪਾ ਕੇ ਆਉਣੀ ਹੈ, ਫਿਰ ਜਾ ਕੇ ਇਹ ਜਿਹੜੀ ਮਾਤਾ ਜਿਹੜੀ ਹੈ ਉਹਦੀ ਫਿਰ ਜਾ ਕੇ ਉਹ ਠੀਕ ਕਰੇਗੀ। ਦੱਸੋ ਉਹ ਕਿਹੜੀ ਮਾਂ ਵਾ ਜਿਹੜੀ ਆਪਣੇ ਪੁੱਤ ਦੀ ਸ਼ਕਲ ਬਦਸੂਰਤ ਕਰ ਦੇਵੇ? ਇਹੋ ਜਿਹੀ ਵੀ ਮਾਂ ਹੁੰਦੀ ਹੈ। ਇੱਕ ਬੰਦੇ ਉਹਨੂੰ ਮਾਂ ਕਹਿ ਦਿੰਦੇ। ਅਸਲ ਵਿੱਚ ਸਾਹਿਬ ਦੇ ਪਾਵਨ ਬੋਲ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ। ਸਾਹਿਬ ਕਹਿੰਦੇ ਜਿਹੜੀ ਆ ਦੇਵੀ ਨੂੰ ਤੂੰ ਕਹਿੰਦਾ ਹੈ ਨਾ ਵੀ ਇਹ ਦੇਵੀ ਇਹ ਮਾਂ ਹੈ, ਇਹ ਮਾਂ ਜਿਹੜੀ ਅਸਲ ਵਿੱਚ ਸੀਤਲਾ ਦੇਵੀ ਹੈ, ਇਹ ਗਧੇ ਦੀ ਸਵਾਰੀ ਕਰਦੀ ਹੈ। ਜਿਹੜੀ ਗਧੇ ਦੀ ਸਵਾਰੀ ਕਰਦੀ, ਜੇ ਤੇ ਉਹਦੀ ਬੰਦਾ ਪੂਜਾ ਕਰਦਾ ਏ, ਜੇ ਉਹ ਬਹੁਤ ਹੀ ਖੁਸ਼ ਹੋ ਜਾਵੇ ਤੇ ਆਪਣੇ ਵਰਗਾ ਉਹ ਰੂਪ ਦੇ ਦਿੰਦੀ ਹੈ। ਤੁਮ ਕਹੀਅਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ। ਨਹੀਂ ਤੇ ਜੇ ਉਹ ਆਪਣੇ ਵਰਗਾ ਰੂਪ ਨਾ ਦੇਵੇ ਤੇ ਫਿਰ ਕਹਿੰਦੇ ਉਹ ਜਿਹਦੇ ਤੇ ਸਵਾਰੀ ਕਰਦੀ ਉਹਦਾ ਰੂਪ ਗਧੇ ਦਾ ਰੂਪ ਦੇ ਦਿੰਦੀ ਹੈ। ਇਸ ਕਰਕੇ ਗੁਰੂ ਨੇ ਸਾਨੂੰ ਕੀ ਕਿਹਾ, ਖਾਲਸਾ ਮੇਰੋ ਰੂਪ ਹੈ ਖਾਸ। ਇੱਥੇ ਗਧਿਆਂ ਦਾ ਰੂਪ ਨਹੀਂ ਦਿੱਤਾ ਜਾਂਦਾ, ਇੱਥੇ ਗੁਰੂ ਵਰਗਾ ਹੀ ਰੂਪ ਦਿੱਤਾ ਜਾਂਦਾ ਹੈ। ਸੋ ਇਸ ਘਰ ਦੇ ਅੰਦਰ ਅਰਦਾਸ ਦੀ ਮਹਾਨਤਾ ਜਿਹੜੀ ਸੀ ਸਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਿਖਾਈ, ਉਹ ਅਰਦਾਸ ਦੀ ਮਹਾਨਤਾ ਅੱਜ ਜਿਹੜੇ ਅਸੀਂ ਮਿੱਸੇ ਪ੍ਰਸ਼ਾਦੇ ਲੈ ਕੇ ਆਉਣੇ ਹੈ, ਜਦੋਂ ਤਿਆਰ ਕਰਦੀਆਂ ਭੈਣਾਂ ਖਾਸ ਕਰਕੇ ਉਦੋਂ ਯਾਦ ਰੱਖਿਆ ਕਰੋ ਵੀ ਇਹ ਮਿੱਸੇ ਪ੍ਰਸ਼ਾਦੇ ਉਹ ਹੈ ਜਿਹੜੇ ਇੱਕ ਦਿਨ ਮਾਤਾ ਗੰਗਾ ਨੇ ਤਿਆਰ ਕੀਤੇ ਸੀ। ਉਹ ਮਿੱਸੇ ਪ੍ਰਸਾਦੇ ਆ ਜਿਹੜੇ ਮਾਤਾ ਗੰਗਾ ਜੀ ਕਿੰਨੀ ਭਾਵਨਾ ਨਾਲ ਤਿਆਰ ਕਰਕੇ ਗਏ ਤੇ ਬਾਬੇ ਬੁੱਢੇ ਸਾਹਿਬ ਨੇ ਕਿੰਨੀ ਭਾਵਨਾ ਨਾਲ ਅਰਦਾਸ ਕੀਤੀ ਤੇ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਆਮਦ ਹੋਈ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਸਤਿਗੁਰੂ ਜੀ ਸਮੁੱਚੀਆਂ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ।